जालंधर के देशभगत यादगार हॉल में आज जालंधर के रेडी फड़ी और खोखा एसोसिएशन वालों ने एक सेमिनार आयोजित किया। दरअसल यह सेमिनार प्रदर्शन के रूप में आयोजित किया गया, जिसमें उन्होंने अपनी समस्याओं के बारे में अवगत कराया। उन्होंने आज अपनी समस्याओं के बारे में अवगत कराते हुए यह बताया कि अगर जालंधर को स्मार्ट सिटी बनाना है तो बेरोजगारी को खत्म करने के लिए सबसे बड़ा योगदान आज रेडी फड़ी और खोखा एसोसिएशन वालों ने दिया है। उन्होंने यह भी बताया कि स्मार्ट तरीके से अगर काम करने दिया जाए तो आधी से ज़्यादा समस्याएं दूर हो जाएंगी, बल्कि न सिर्फ रोजगार बढ़ेगा बल्कि सरकारी खजाने की भी बढ़ोतरी होगी। उन्होंने कई इल्ज़ाम भी लगाए कि सरकारी खजाने में सेंधमारी करने वाले बल्कि और कोई नहीं, खुद कॉरपोरेशन के कुछ लोग हैं। कॉरपोरेशन में अभी भी कुछ ऐसे लोग हैं जो सरकारी खजाने तक पैसा ही नहीं पहुंचने देते और अपनी जेब गर्म करते हैं, जिसका दोष रेडी फड़ी वालों पर लगा दिया जाता है। ऐसे और भी कई आरोप लगाते हुए उन्होंने कहा है कि प्रशासन उनकी मदद करे और स्मार्ट सिटी बनाने में स्मार्ट तरीके से ही उनको काम करने दिया जाए, जिससे कि शहर की और उनकी काफ़ी हद तक समस्याएं हल की जा सके। देखिए जालंधर से ईशान जुनेजा की एक खास रिपोर्ट। हाँ जी सर, ਅੱਜ तमाम ਜਲੰਧਰ ਦੇ ਉਹ ਲੋਕ ਜਿਹੜੇ ਜ਼ਮੀਨੀ ਸਤਰ ਦੇ ਉੱਤੇ ਕੰਮ ਧੰਦਾ ਕਰਦੇ ਹੈਗੇ, ਜਿਨ੍ਹਾਂ ਨੂੰ ਆਪਾਂ ਰੇੜੀ ਫੜੀ ਖੋਖਾ ਲਗਾਉਣ ਵਾਲੇ ਕਹਿੰਦੇ ਆ, ਅੱਜ ਉਹ ਸਾਰੇ ਇਕੱਠੇ ਹੋ ਕੇ ਆਪਣੇ ਹੱਕਾਂ ਲਈ ਇੱਕ ਬੜਾ ਸ਼ਾਂਤਮਈ ਪ੍ਰਦਰਸ਼ਨ ਜਿਹੜਾ ਦੇਸ਼ ਭਗਤ ਯਾਦਗਾਰ ਹਾਲ ਦੇ ਵਿੱਚ ਇੱਕ ਸੈਮੀਨਾਰ ਦੇ ਰੂਪ ਦੇ ਵਿੱਚ ਅਸੀਂ ਕਰ ਰਹੇ ਹਾਂ। ਇਹਦਾ ਇੱਕੋ ਇੱਕ ਏਜੰਡਾ ਜਿਹੜਾ ਸਾਡਾ ਇਹੀ ਹੈ ਕਿ ਸ਼ਹਿਰ ਦੇ ਸਮਾਰਟ ਹੋਣ ਦੇ ਨਾਲ ਨਾਲ ਜਿੰਨੀ ਦੇਰ ਤੱਕ ਸਾਡੇ ਲੋਕਾਂ ਨੂੰ ਸਮਾਰਟ ਨਹੀਂ ਕੀਤਾ ਜਾਂਦਾ ਉਨੀ ਦੇਰ ਤੱਕ ਸਭ ਬੇਈਮਾਨੀ ਸਿੱਧ ਹੋਏਗਾ। ਕਿਉਂਕਿ ਸਾਡਾ ਮੰਨਣਾ ਆ ਔਰ ਡਾਟਾ ਜਿਹੜਾ ਸਰਕਾਰੀ ਡਾਟਾ ਇਹ ਦੱਸਦਾ ਕਿ ਪੂਰੇ ਦੇਸ਼ ਦੇ ਵਿੱਚ 5 ਕਰੋੜ ਜਿਹੜਾ ਉਹ ਵੈਂਡਰਸ ਹੈ ਔਰ 25,000 ਵੈਂਡਰ ਜਿਹੜਾ ਉਹ ਜਲੰਧਰ ਦੇ ਵਿੱਚ ਰੇੜੀ ਫੜੀ ਖੋਖਾ ਲਗਾ ਕੇ ਆਪਣਾ ਰੋਜ਼ਗਾਰ ਪਾਲਦਾ। ਇਹਨਾਂ ਨੂੰ ਬੜੇ ਸਮਾਰਟ ਤਰੀਕੇ ਦੇ ਨਾਲ ਰੋਜ਼ਗਾਰ ਦਿੱਤਾ ਜਾ ਸਕਦਾ ਹੈ। ਇਹਨਾਂ ਨੂੰ ਭੈ ਰਹਿਤ ਜਿਹੜਾ ਹੈਗਾ ਔਰ ਇੱਕ ਬੜੇ ਸਨਮਾਨ ਤਰੀਕੇ ਦੇ ਨਾਲ ਇਹਨਾਂ ਨੂੰ ਕੰਮ ਧੰਦਾ ਕਰਨ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਜਿੱਥੇ ਪੈਸਾ ਆਪਣੇ ਪਰਿਵਾਰ ਪਾਲਣਗੇ, ਦੂਜੇ ਲੋਕਾਂ ਨੂੰ ਰੋਜ਼ਗਾਰ ਦੇਣਗੇ, ਉਹਦੇ ਨਾਲ ਨਾਲ ਸਰਕਾਰੀ ਖਜ਼ਾਨੇ ਦੇ ਵਿੱਚ ਵੀ ਇਹ ਵਾਧਾ ਕਰਨ ਦਾ ਕੰਮ ਕਰ ਸਕਦੇ ਆ। ਲੇਕਿਨ ਜਿਹੜੀਆਂ ਭੇਡਾਂ ਜਿਹੜੀਆਂ ਅੰਦਰ ਕਾਰਪੋਰੇਸ਼ਨ ਦੇ ਵਿੱਚ ਬੈਠੀਆਂ ਹੋਈਆਂ, ਉਹ ਸਹੀ ਤਰੀਕੇ ਦੇ ਨਾਲ ਪੈਸਾ ਜਿਹੜਾ ਹੈਗਾ ਸਰਕਾਰ ਦੀ ਜੇਬ ਦੇ ਵਿੱਚ ਪਹੁੰਚਣ ਹੀ ਨਹੀਂ ਦਿੰਦੀਆਂ, ਜਿਹਦੇ ਕਰਕੇ ਵੈਂਡਰਸ ਬਦਨਾਮ ਹੋ ਰਿਹਾ। ਲੇਕਿਨ ਪੈਸਾ ਜਿਹੜਾ ਹੈਗਾ ਇਨਡਾਇਰੈਕਟ ਰੂਪ ਦੇ ਵਿੱਚ ਜਿਹੜਾ ਇਹਨਾਂ ਦੀਆਂ ਜੇਬਾਂ ਦੇ ਵਿੱਚੋਂ ਨਿਕਲ ਰਿਹਾ। ਔਰ ਸਾਡੀ ਜਿਹੜੀ ਪ੍ਰਸ਼ਾਸਨ ਦੇ ਅੱਗੇ ਇੱਕੋ ਡਿਮਾਂਡ ਇਹੀ ਹੈਗੀ ਆ ਕਿ ਇਹ ਲੋਕ ਰੋਜ਼ਗਾਰ ਸਿਰਜਣ ਹਰਤਾ ਆ, ਮਤਲਬ ਕਿ ਇਸ ਰੋਜ਼ਗਾਰ ਨੂੰ ਪੈਦਾ ਕਰਦੇ ਆ, ਦੂਜਿਆਂ ਨੂੰ ਰੋਜ਼ਗਾਰ ਦਿੰਦੇ ਹੈਗੇ ਆ। ਇਹਨਾਂ ਨੂੰ ਤਾਂ ਸਗੋਂ ਅਵਾਰਡ ਦੇਣਾ ਚਾਹੀਦਾ। ਘਰ ਘਰ ਨੌਕਰੀ ਦੇਣ ਵਾਲਾ ਵਾਅਦਾ ਕਰਨ ਵਾਲਾ ਕੈਪਟਨ ਸਾਹਿਬ ਇਸ ਟਾਈਮ ਫਾਰਗ ਹੋ ਗਏ ਆ, ਪਰ ਇੱਕ ਸਹੀ ਮੈਨੇ ਨਾਲ ਇੱਕ ਵੈਂਡਰ ਸੀ, ਇੱਕ ਇਹੋ ਜਿਹੇ ਲੋਕ ਆ ਜਿਹੜੇ ਘਰ ਘਰ ਨੌਕਰੀ ਦੇ ਰਹੇ ਆ। ਕਿਉਂਕਿ ਇਹਦੇ ਵਿੱਚ ਕੋਈ ਬਹੁਤਾ ਲਾਇਸੈਂਸ ਲੈਣ ਦੀ ਲੋੜ ਨਹੀਂ ਪੈਂਦੀ। ਇੱਕ ਰੇੜੀ ਖੋਖਾ ਲਾ ਕੇ ਕਿਤੇ ਵੀ ਆਪਣਾ ਰੋਜ਼ਗਾਰ ਔਰ ਇਹ ਪੈਦਾ ਕਰ ਸਕਦੇ। ਔਰ ਦੇਸ਼ ਦੇ ਵਿੱਚ ਅਸੀਂ ਮੰਨਾਂਗੇ ਕਿ ਦੇਸ਼ ਦੇ ਵਿੱਚ ਅਗਰ ਸਭ ਤੋਂ ਵੱਡੀ ਅਗਰ ਪ੍ਰੋਬਲਮ ਆ ਉਹ ਕੋਈ ਹੋਰ ਨਹੀਂ ਹੈਗੀ। ਕਾਰਾਂ ਖੜੀਆਂ ਕਰਨਾ ਕੋਈ ਦੇਸ਼ ਦੀ ਸਮੱਸਿਆ ਨਹੀਂ ਹੈਗੀ ਕਿ ਸੜਕਾਂ ਤੇ ਕਾਰਾਂ ਹੋਣਗੀਆਂ ਕਿ ਨਹੀਂ ਹੋਣਗੀਆਂ। ਉਹਨਾਂ ਵਾਸਤੇ ਕਿਤੇ ਵੀ ਪਾਰਕਿੰਗ ਬਣਾ ਸਕਦੇ ਆ। ਉਹਨਾਂ ਕੋਲ ਪੈਸਾ ਵਸੂਲਿਆ ਫਰੀ ਦੇ ਵਿੱਚ ਉੱਥੇ ਖੜੀਆਂ ਕਰਕੇ ਜਾਂਦੇ ਆ, ਉਹਨਾਂ ਕੋਲ ਪੈਸਾ ਵਸੂਲਿਆ ਜਾ ਸਕਦਾ। ਸਭ ਤੋਂ ਵੱਡੀ ਸਮੱਸਿਆ ਜਿਹੜੀ ਉਹ ਸ਼ਹਿਰ ਦੀ ਜਿਹੜੀ ਹੈਗੀ ਆ ਉਹ ਬੇਰੁਜ਼ਗਾਰੀ ਹੈਗੀ ਆ। ਜਿੰਨੀ ਦੇਰ ਤੱਕ ਉਹਨੂੰ ਦੂਰ ਨਹੀਂ ਕੀਤਾ ਜਾਊਗਾ ਉਨੀ ਦੇਰ ਤੱਕ ਨਾ ਸਮਾਰਟ ਸਿਟੀ ਬਣੇਗਾ, ਨਾ ਸਮਾਰਟ ਦੇਸ਼ ਬਣੇਗਾ। ਸਾਡੇ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਆ ਕਿ ਪਕੌੜਾ ਇੱਕ ਰੋਜ਼ਗਾਰ ਆ। ਤੇਰੇ ਪੁੱਛਣ ਵਾਲਾ ਹੋਵੇ ਪਕੌੜਾ 5 ਸਟਾਰ ਹੋਟਲਾਂ 'ਚ ਜਾ ਕੇ ਵੇਚਣਾ, ਪਕੌੜਾ ਵੇਚਣ ਵਾਸਤੇ ਵੀ ਜਗ੍ਹਾ ਚਾਹੀਦੀ ਨਾ। ਦੇਖੋ ਜਿਹੜੀ ਆਲ ਐਮਐਲਏ ਬੁਲਾਏ, ਸਾਰੇ ਐਮਐਲਏ ਸਾਹਿਬ ਇੱਥੇ ਆਏ ਆ, ਐਮਪੀ ਸਾਹਿਬ ਨੂੰ ਇਨਵੀਟੇਸ਼ਨ ਹੈ ਔਰ ਫਿਰ ਉਸ ਤੋਂ ਬਾਅਦ ਡੀਸੀ ਸਾਹਿਬ ਨੂੰ ਵੀ ਗਿਆਪਨ ਦੇਵਾਂਗੇ। ਸਾਡਾ ਕੋਈ ਸੰਘਰਸ਼ ਜ਼ਮੀਨ ਲੈਵਲ ਦਾ ਸੰਘਰਸ਼ ਹੈਗਾ, ਸੜਕ ਰੂਟ ਲੈਵਲ ਦਾ ਸਾਡਾ ਸੰਘਰਸ਼ ਹੈਗਾ। ਉਹ ਸੰਘਰਸ਼ ਚੱਲਦਾ ਰਹੇਗਾ, ਬੜਾ ਸ਼ਾਂਤੀਮਈ ਤਰੀਕੇ ਨਾਲ ਚੱਲੇਗਾ। 21 ਮੈਂਬਰ ਦੀਆਂ ਕਮੇਟੀਆਂ ਬਣਾ ਕੇ ਮਿਲਾਂਗੇ। ਲੇਕਿਨ ਸਭ ਤੋਂ ਵੱਡੀ ਗੱਲ ਮੈਂ ਤੁਹਾਨੂੰ ਜਿਹੜੀ ਦੱਸਣਾ ਚਾਹੁੰਦਾ ਤੁਹਾਡੇ ਸਾਰੇ ਚੈਨਲਾਂ ਨੂੰ, ਇਹ ਕੋਈ ਮੰਗ ਨਹੀਂ ਹੈਗੀ। ਇਹ ਕਾਨੂੰਨ ਹੈਗਾ ਆ, 2014 'ਚ ਸਾਨੂੰ ਮਿਲ ਚੁੱਕਾ ਆ ਕਾਨੂੰਨ।